ਅਭੁੱਲ ਜਾਦਾਂ ਗਿਆਨੀ ਸੋਹਣ ਸਿੰਘ ਸੀਤਲ। ਵਿਦਿਆ ਦੀ ਭੁੱਖ ਮੈਂ ਚੋਰੀ ਕੀਤੀ, ਹੱਥ ਰੇਖਾਵਾਂ ਮਿਟ ਜਾਂਦੀਆਂ ਹਨ। ਗਲਤੀ ਨਹੀਂ ਅਪਰਾਧ, ਮੈਂ ਵਹੁਟੀ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਦਿਆ ਦੀ ਭੁੱਖ। ਮੈਂ ਆਪਣੇ ਢਾਡੀ ਜਥੇ ਨਾਲ ਕੀਰਤਨ ਕਰ ਰਿਹਾ ਸਾਂ। ਸੰਗਤ ਕਾਫੀ ਤੇ ਪੜ੍ਹੀ ਲਿਖੀ ਸੀ। ਸਰੋਤੇ ਸਮਝਦਾਰ ਹੋਣ ਤਾਂ ਬੋਲਣ ਵਾਲੇ ਨੂੰ ਜੋ ਨਸ਼ਾ ਹੁੰਦਾ ਹੈ ਉਹ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਮੇਰੇ ਸਾਹਮਣੇ ਇੱਕ ਬਜ਼ੁਰਗ ਸਾਧੂ ਬੈਠੇ ਸਨ। ਬੜਾ ਪ੍ਰਭਾਵਸ਼ਾਲੀ ਚਿਹਰਾ, ਸੁੰਦਰ ਸਫੈਦ ਲੰਮਾ ਦਾੜਾ, ਸਫੈਦ ਖੁੱਲੇ ਕੇਸ ਪਿੱਛੇ ਕੰਧ ਤੇ ਪੈ ਰਹੇ ਸਨ। ਬਸਤਰ ਸਾਰੇ ਭਗਵੇਂ। ਮੈਂ ਵੇਖ ਰਿਹਾ ਸਾਂ ਕਿ ਉਹ ਬਹੁਤ ਖੁਸ਼ ਸਨ। ਦੀਵਾਨ ਸਮਾਪਤ ਹੋਇਆ। ਉਹ ਆਪ ਉੱਠ ਕੇ ਮੇਰੇ ਪਾਸ ਆਏ ਤੇ ਬੜੀ ਸੁਲਝੀ ਹੋਈ ਭਾਸ਼ਾ ਵਿੱਚ ਮੇਰੀ ਪ੍ਰਸ਼ੰਸਾ ਕੀਤੀ। ਉਸ ਸਮੇਂ ਵੀ ਮੈਨੂੰ ਹਿੰਦੂ ਮਤ ਦੇ ਧਾਰਮਿਕ ਗ੍ਰੰਥਾਂ ਦਾ ਕਾਫੀ ਗਿਆਨ ਸੀ। ਉਹਨਾਂ ਮੇਰੇ ਉੱਤੇ ਇੱਕ ਸਵਾਲ ਕਰ ਦਿੱਤਾ, ਬਤਾਨੇ ਕਾ ਕਸ਼ਟ ਕरेंगे ਕਿ ਆਪ ਜਨਮ ਜਾਤੀ ਦੇ ਕੌਣ ਹੈ? ਮਹਾਤਮਾ ਜੀ, ਮੈਂ ਤਾਂ ਜਨਮ ਜਾਤੀ ਨੂੰ ਨਹੀਂ ਮੰਨਦਾ, ਮੈਂ ਗੁਰੂ ਮਹਾਰਾਜ ਦਾ ਸਿੱਖ ਹਾਂ। ਮੈਂ ਬੜੇ ਸਤਿਕਾਰ ਨਾਲ ਉੱਤਰ ਦਿੱਤਾ, ਸਿੱਖ तो आप हैं ही, फिर भी जन्म जाति तो होती ही है, क्या आप ब्राह्मण हैं? हुण मैनू मजबूरन जन्म जात दसनी पई। भगवान, आप पूछना ही चाहते हैं तो मैं पन्नू गोद का जट सिख हूँ। हमारे बुजुर्ग जैसलमेर के राजपूताने से हैं। मेरे वल्लों बड़े ध्यान नाल वेखदे होए वो बोले, तो निश्चय कीजिए आप पिछले जन्म के ब्राह्मण हैं। स्वामी जी, जे तो ईश्वर जाने कि मैं पिछले जन्म में ब्राह्मण था या कौन, मगर मेरे अंदर विद्या प्राप्ति की भूख अवश्य है। इस मसले ते मैं कई दिन सोचता रहा। पुराने समय विद्या उत्ते पंडितां दा एकमात्र अधिकार सी। कई जातियां नूं तां ईश्वर दा नाम लैण जां सुणन दा भी हक नहीं सी। पुनर्जन्म दे सिद्धांत अनुसार मेरे अंदर विद्या प्राप्ति दी कुदरती भुख सी। इस दा कारण तां ईश्वर ही जाने। उस समय साडे घर विच सिर्फ 2 ग्रंथ सन, एक आयुर्वैदिक दा ग्रंथ अमृत सागर ते एक भाई बाले वाली जन्म साखी। उस समय मेरी उम्र 2-2.5 साल दी होवेगी। मैं भाई बाले वाली जन्म साखी लैके बैठ जाना। पहलां उस दीयां तस्वीरां वेखणीआं ते फिर अखरां ते नज़र टिका के मस्त हो जाना। मैं एक एक अखर उत्ते नज़र टिकाई, ਉੱਪਰ ਤੋਂ ਲੈ ਕੇ ਥੱਲੇ ਤੱਕ ਪੁੱਜ ਜਾਣਾ। ਅੱਜ ਮੈਂ ਸੋਚਦਾ ਹਾਂ ਕਿ ਕੋਈ ਸਾਇੰਸ ਦਾ ਫਿਲਾਸਫਰ ਨਵੀਂ ਕਾਢ ਕੱਢਣ ਵਾਸਤੇ ਇੰਨਾ ਧਿਆਨ ਮਗਨ ਭਾਵੇਂ ਹੁੰਦਾ ਹੋਵੇ। ਮੇਰੀ ਵੱਡੀ ਭੈਣ ਨੇ ਕਈ ਵਾਰ ਮੈਨੂੰ ਛੇੜਨ ਵਾਸਤੇ ਹੱਥ ਮਾਰ ਕੇ ਕਿਤਾਬ ਬੰਦ ਕਰ ਦੇਣੀ। ਮੈਂ ਇੱਕੇ ਵਾਰ ਚੀਕ ਉੱਠਣਾ, ਮਾਂ ਵੇਖ ਲੈ, ਇਹ ਮੈਨੂੰ ਪੜ੍ਹਨ ਨਹੀਂ ਦਿੰਦੀ। ਹੂੰ ਵੱਡਾ ਪੜਾਕੂ, ਦੱਸ ਊੜਾ ਕਿਹੜਾ ਏ? ਭੈਣ ਨੇ ਕੋਲ ਬਹਿ ਕੇ ਪੁੱਛਣਾ। ਜਿਹੜੀ ਸਤਰ ਉੱਤੇ ਮੇਰੀ ਨਜ਼ਰ ਹੋਣੀ, ਮੈਂ ਉਸੇ ਦੇ ਪਹਿਲੇ ਅੱਖਰ ਉੱਤੇ ਉਂਗਲ ਰੱਖ ਦੇਣੀ। ਉਸ ਸਮੇਂ ਹਰ ਸਤਰ ਦਾ ਪਹਿਲਾ ਅੱਖਰ ਮੇਰੇ ਵਾਸਤੇ ਊੜਾ ਸੀ। ਇਹ ਸਾਰੀਆਂ ਗੱਲਾਂ ਪਿੱਛੋਂ ਮਾਤਾ ਜੀ ਦੱਸਿਆ ਕਰਦੇ ਸਨ। ਮੈਂ 3 ਕੁ ਸਾਲ ਦਾ ਹੋ ਗਿਆ ਤਾਂ ਮਾਪਿਆਂ ਤੇ ਜ਼ੋਰ ਦੇਣ ਲੱਗਾ, ਮਾਂ ਮੈਨੂੰ ਪੜ੍ਹਨੇ ਪਾ ਦਿਓ। ਮਾਤਾ ਜੀ ਨੇ ਹੌਕਾ ਭਰ ਕੇ ਕਹਿਣਾ, ਪੁੱਤ ਮੈਂ ਵੀ ਚਾਹੁੰਦੀ ਹਾਂ ਤੂੰ ਪੜ੍ਹ ਲਿਖ ਕੇ ਇਸ ਨਰਕ ਵਿੱਚੋਂ ਨਿਕਲ ਜਾਵੇਂ, ਪਰ ਨੇੜੇ ਕੋਈ ਸਕੂਲ ਵੀ ਹੋਵੇ। ਸੱਚਮੁੱਚ ਹੀ ਉਸ ਸਮੇਂ ਮੇਰੇ ਮਾਤਾ ਪਿਤਾ ਦਾ ਜੀਵਨ ਨਰਕਾਂ ਵਰਗਾ ਹੀ ਸੀ। ਛੋਟਾ ਵਾਸਾ ਤੇ ਜੱਟਾਂ ਦਾ ਸ਼ਰੀਕਾ। ਉਸ ਸਮੇਂ ਪਹਾੜ ਦੀ ਬਾਈ 2.5-3 ਮੀਲ ਦੀ ਵਿੱਥ ਤੇ ਪਿੰਡ ਕਤਲੂਹੀ ਵਿੱਚ ਪ੍ਰਾਇਮਰੀ ਸਕੂਲ ਸੀ ਤੇ ਦੱਖਣ ਵੱਲ ਕਸੂਰ 4 ਮੀਲ। ਮੇਰਾ ਹੌਸਲਾ ਵੇਖੋ। ਮੈਂ ਕਹਿੰਦਾ ਸਾਂ, ਤੁਸੀਂ ਮੈਨੂੰ ਕਸੂਰ ਸਕੂਲ ਵਿੱਚ ਦਾਖਲ ਕਰਾਓ, ਫਿਰ ਮੈਂ ਆਪੇ ਰੋਜ਼ ਤੁਰ ਕੇ ਚਲਾ ਜਾਇਆ ਕਰਾਂਗਾ। ਅਫਸੋਸ ਮੇਰੇ ਮਾਪੇ ਐਸਾ ਨਹੀਂ ਸਨ ਕਰ ਸਕਦੇ। ਵਿਰੋਧੀਆਂ ਵੱਲੋਂ ਉਹਨਾਂ ਨੂੰ ਹਰ ਸਮੇਂ ਮੇਰੀ ਜਾਨ ਦਾ ਖਤਰਾ ਸੀ। ਵਿਦਿਆ ਪ੍ਰਾਪਤੀ ਦੀ ਤਾਂਘ ਵਿੱਚ ਸਹਿਕਦਿਆਂ ਮੈਂ 5 ਸਾਲ ਦਾ ਹੋ ਗਿਆ। ਮੇਰੇ ਭਾਗਾਂ ਨੂੰ ਸਾਡੇ ਗੁਰਦੁਆਰੇ ਵਿੱਚ ਇੱਕ ਉਦਾਸੀ ਸਾਧੂ ਆ ਗਿਆ। ਪਿੰਡ ਦੇ 5-7 ਸਿੱਖਾਂ ਦੇ ਲੜਕੇ ਉਹਦੇ ਕੋਲ ਗੁਰਮੁਖੀ ਪੜ੍ਹਨ ਜਾਣ ਲੱਗ ਪਏ। ਉਹਨਾਂ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਮੈਂ ਸਾਂ। ਉਸ ਸਾਧੂ ਦਾ ਪੜ੍ਹਾਉਣ ਦਾ ਢੰਗ ਵੀ ਆਪਣਾ ਹੀ ਸੀ। ਪਹਿਲਾਂ ਬਾਲ ਉਪਦੇਸ਼ ਸ਼ੁਰੂ ਹੋਇਆ ਤੇ ਨਾਲ ਹੀ ਫੱਟੀ ਉੱਤੇ ਊੜਾ ਐੜਾ ਲਿਖਣਾ ਸਿਖਾਇਆ। ਸ਼ਾਮ ਨੂੰ ਸਾਰਿਆਂ ਨੇ ਪਾਲ ਵਿੱਚ ਖੜੇ ਹੋ ਕੇ ਮੁਹਾਰਨੀ ਬੁਲਾਉਣੀ। ਬਾਲ ਉਪਦੇਸ਼ ਪਿੱਛੋਂ
ਪੰਜ ਗ੍ਰੰਥੀ ਸ਼ੁਰੂ ਹੋ ਗਈ। ਅੱਗੇ ਅੱਗੇ ਬਾਬਾ ਜੀ ਨੇ ਤੁਕ ਬੋਲੀ ਜਾਣੀ ਤੇ ਮਗਰ ਮਗਰ ਵਿਦਿਆਰਥੀਆਂ ਨੇ ਲੱਟ-ਪੱਟ ਪੰਛੀ ਚਤੁਰ ਸੁਜਾਨ ਵਾਂਗ ਦੁਹਰਾਈ ਜਾਣੀ। 2 ਵਾਰ ਬਾਬਾ ਜੀ ਨੇ ਅਖਵਾ ਦੇਣਾ ਤੇ ਫਿਰ ਵਿਦਿਆਰਥੀ ਜਾਣਨ। 6 ਮਹੀਨੇ ਵਿੱਚ 5 ਗ੍ਰੰਥੀ ਖਤਮ ਹੋ ਗਈ ਤਾਂ ਭਗਤ ਬਾਣੀ ਆ ਗਈ। ਉਸੇ ਸਮੇਂ ਕਿਸੇ ਗੱਲੋਂ ਪਿੰਡ ਨਾਲ ਰੁੱਸ ਕੇ ਸਾਧੂ ਬਾਬਾ ਚਲੇ ਗਏ। ਮੇਰੀ ਪੜ੍ਹਾਈ ਦਾ ਪਹਿਲਾ ਦੌਰ ਖਤਮ ਹੋ ਗਿਆ। ਫਿਰ ਜਨਮ ਸਿੱਧ ਉਸਤਾਦ ਮਾਤਾ ਜੀ ਨੇ ਮੈਨੂੰ ਨਵਾ ਧਵਾ ਕੇ ਬਿਠਾ ਦੇਣਾ ਤੇ ਕਹਿਣਾ, ਲੈ ਬੀਬਾ ਪੁੱਤ, ਤੂੰ ਜਪਜੀ ਸਾਹਿਬ ਦਾ ਪਾਠ ਕਰ ਤੇ ਮੈਂ ਤੇਰੇ ਵਾਸਤੇ ਚੂਰੀ ਤਿਆਰ ਕਰਦੀ ਹਾਂ। ਇੱਕ ਚੂਰੀ ਦਾ ਲਾਲਚ ਤੇ ਇੱਕ ਬੀਬਾ ਪੁੱਤ ਬਣਨ ਦੀ ਚਾਹ। ਮੈਂ ਜਪਜੀ ਸਾਹਿਬ ਦੇ ਪਾਠ ਵਿੱਚ ਮਗਨ ਹੋ ਜਾਣਾ। ਭਲਾ ਹੁੰਦੇ ਤਾਣ ਗੋਲਾ ਪੁੱਤ ਬਣਨ ਦੀ ਗਲਤੀ ਕੌਣ ਕਰਦਾ ਹੈ। ਉਸ ਸਮੇਂ ਤੋਂ ਹੀ ਮੈਂ ਜਪਜੀ ਸਾਹਿਬ ਦਾ ਪਾਠ ਕਰਦਾ ਆ ਰਿਹਾ ਹਾਂ। ਇਹ ਮੇਰੀ ਆਤਮਾ ਦੀ ਖੁਰਾਕ ਬਣ ਗਿਆ ਹੈ। ਫਿਰ ਪੰਜਾਬੀ ਕਿੱਸਿਆਂ ਦੀ ਵਾਰੀ ਆ ਗਈ। ਸਭ ਤੋਂ ਪਹਿਲਾਂ ਮੈਂ ਕਾਦਰ ਯਾਰ ਦਾ ਪੂਰਨ ਪੜ੍ਹਿਆ ਤੇ ਫਿਰ ਕਾਲੀਦਾਸ ਦਾ ਪੂਰਨ ਤੇ ਰੂਪ ਬਸੰਤ, ਹੀਰ ਵਾਰਸ ਸ਼ਾਹ, ਹੀਰ ਭਗਵਾਨ ਸਿੰਘ, ਸੱਸੀ ਪੰਨੂ, ਸੋਹਣੀ ਮਹੀਵਾਲ, ਸ਼ਾਹ ਬਹਿਰਾਮ, ਪਤਾ ਨਹੀਂ ਕਿੰਨੇ ਕੁ ਕਿੱਸੇ ਪੜ੍ਹੇ। 8-9 ਸਾਲ ਦੀ ਉਮਰ ਵਿੱਚ ਮੈਂ ਗਿਆਨੀ ਕਰਤਾਰ ਸਿੰਘ ਕਲਾਸਵਾਲੀਏ ਦਾ ਸਿੱਧਕ ਖਾਲਸਾ ਪੜ੍ਹਿਆ। ਉਸ ਨੇ ਮੇਰੇ ਅੰਦਰ ਸਿੱਖ ਇਤਿਹਾਸ ਪੜ੍ਹਨ ਦੀ ਅਮਿੱਟ ਲਗਨ ਪੈਦਾ ਕਰ ਦਿੱਤੀ। ਜਿਸ ਤਰ੍ਹਾਂ ਮੈਣੇ ਆਦਿ ਦੇ ਮੌਸਮੀ ਬੀਜ ਧਰਤੀ ਦੀ ਕੁੱਖ ਵਿੱਚ ਅਮਨ ਅਮਾਨ ਪਏ ਰਹਿੰਦੇ ਨੇ ਤੇ ਆਪਣਾ ਮੌਸਮ ਆਉਣ ਉੱਤੇ ਪੁੰਗਰ ਪੈਂਦੇ ਨੇ, ਉਸੇ ਤਰ੍ਹਾਂ ਸਮਾਂ ਆਉਣ ਤੇ ਮੈਂ ਸਿੱਖ ਇਤਿਹਾਸ ਲਿਖਿਆ ਤੇ ਪੁਰਾਤਨ ਇਤਿਹਾਸਕ ਗ੍ਰੰਥਾਂ ਉੱਤੇ ਆਲੋਚਨਾ ਵੀ ਕੀਤੀ। ਮੇਰੀ ਪੜ੍ਹਾਈ ਕਿਸ਼ਤਾਂ ਨਾਲ ਹੋਈ। ਕਰਨਾਲ ਦੇ ਇੱਕ ਬਜ਼ੁਰਗ ਮੁਰਲੀ ਰਾਮ ਜੀ ਆਰਜ਼ੀ ਤੌਰ ਤੇ ਸਾਡੇ ਪਿੰਡ ਆ ਵਸੇ। ਉਹਨਾਂ ਕੋਲੋਂ ਮੈਂ ਉਰਦੂ ਦੀਆਂ 2 ਕਿਤਾਬਾਂ ਪੜ੍ਹੀਆਂ ਤੇ ਉਰਦੂ ਲਿਖਣੀ ਸਿੱਖੀ। ਉਦੋਂ ਮੇਰੀ ਉਮਰ 9-10 ਸਾਲ ਦੀ ਸੀ। ਪਿੱਛੋਂ ਪਿੰਡ ਵਰਨ, ਜੋ ਕਦੇ ਪੁਰਾਣੇ ਪਿੰਡ ਕਾਦੀਵਿੰਡ ਦੀ ਹੀ ਇੱਕ ਪੱਤੀ ਸੀ, ਵਿੱਚ ਸਕੂਲ ਖੁੱਲ੍ਹਾ। ਸਾਡੇ ਪਿੰਡੋਂ 4-5 ਲੜਕੇ ਉੱਥੇ ਜਾ ਦਾਖਲ ਹੋਏ। ਮੈਂ ਵੀ ਫਰਵਰੀ ਵਿੱਚ ਜਾ ਦਾਖਲ ਹੋਇਆ। ਉਸਤਾਦ ਨੇ ਮੈਨੂੰ ਦੂਸਰੀ ਵਿੱਚ ਦਾਖਲ ਕੀਤਾ। ਅਪ੍ਰੈਲ ਵਿੱਚ ਤੀਸਰੀ ਵਿੱਚ ਹੋਇਆ। ਸਤੰਬਰ ਵਿੱਚ ਮਹਿਕਮੇ ਤੋਂ ਮਨਜ਼ੂਰੀ ਲੈ ਕੇ ਉਸਤਾਦ ਨੇ ਮੈਨੂੰ ਚੌਥੀ ਕਲਾਸ ਵਿੱਚ ਕਰ ਦਿੱਤਾ। ਅਗਲੇ ਸਾਲ ਮੈਂ ਗਵਰਨਮੈਂਟ ਹਾਈ ਸਕੂਲ ਕਸੂਰ ਜਾ ਦਾਖਲ ਹੋਇਆ। ਉੱਥੇ ਮੈਨੂੰ 6 ਸਾਲ ਲਾਉਣੇ ਹੀ ਪਏ। 4 ਮੀਲ ਤੁਰ ਕੇ ਜਾਣਾ ਤੇ 4 ਮੀਲ ਆਉਣਾ। ਘਰ ਆ ਕੇ ਘਰ ਦਾ ਕੰਮ ਵੀ ਕਰਨਾ। 1930 ਈਸਵੀ ਵਿੱਚ ਮੈਂ ਸਾਇੰਸ ਤੇ ਪੰਜਾਬੀ ਨਾਲ 10ਵੀਂ ਪਾਸ ਕੀਤੀ। 10ਵੀਂ ਵਿੱਚੋਂ ਫਸਟ ਡਿਵੀਜ਼ਨ ਲੈ ਕੇ ਮੈਨੂੰ ਬਹੁਤੀ ਖੁਸ਼ੀ ਨਾ ਹੋਈ, ਕਿਉਂਕਿ ਘਰ ਦੇ ਹਾਲਾਤ ਨੂੰ ਮੁੱਖ ਰੱਖ ਕੇ ਮੈਂ ਪੜ੍ਹਨ ਵਾਸਤੇ ਕਾਲਜ ਨਹੀਂ ਸਾਂ ਜਾ ਸਕਦਾ। ਪਰ ਹੁਣ ਮੈਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ। ਜੇ ਮੈਂ ਕਾਲਜ ਵਿੱਚ ਪੜ੍ਹਨ ਵਾਸਤੇ ਨਹੀਂ ਜਾ ਸਕਿਆ ਤਾਂ ਹੁਣ ਕਈ ਵਾਰ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਲੈਕਚਰ ਦੇਣ ਵਾਸਤੇ ਜਾਣਾ ਪੈਂਦਾ ਹੈ। ਮੇਰੇ ਲਿਖੇ ਨਾਵਲ 10ਵੀਂ ਤੋਂ ਲੈ ਕੇ MA ਤੱਕ ਕੋਰਸਾਂ ਵਜੋਂ ਲੱਗੇ ਹੋਏ ਹਨ। ਮੇਰਾ ਤਜਰਬਾ ਹੈ ਕਿ ਸਕੂਲਾਂ ਕਾਲਜਾਂ ਵਿੱਚ ਪੜ੍ਹਨ ਦੀ ਜਾਚ ਸਿਖਾਈ ਜਾਂਦੀ ਹੈ, ਪੜ੍ਹਨਾ ਤਾਂ ਉਸ ਤੋਂ ਪਿੱਛੋਂ ਪੈਂਦਾ ਹੈ। ਮੈਂ ਚੋਰੀ ਕੀਤੀ। ਉਦੋਂ ਮੇਰੀ ਉਮਰ 8 ਕੁ ਸਾਲ ਦੀ ਸੀ। ਗੁਰਦੁਆਰੇ ਦਾ ਉਸ ਸਮੇਂ ਦਾ ਗ੍ਰੰਥੀ ਵੀ ਮਾਮੂਲੀ ਪੜ੍ਹਿਆ ਹੋਇਆ ਸੀ। ਉਹਦੇ ਕੋਲ 2-4 ਧਾਰਮਿਕ ਕਿੱਸੇ ਸਨ। ਇੱਕ ਦਿਨ ਮੈਂ ਉਹਨਾਂ ਵਿੱਚੋਂ ਇੱਕ ਚੁਰਾ ਲਿਆਇਆ। ਕਿੱਡੀ ਬੇਸਮਝੀ ਸੀ। ਮੈਂ ਉਹ ਮੰਗ ਕੇ ਵੀ ਲਿਆ ਸਕਦਾ ਸਾਂ, ਪਰ ਚੋਰ ਨੂੰ ਜੋ ਸਵਾਦ ਚੋਰੀ ਕਰਨ ਵਿੱਚ ਆਉਂਦਾ ਹੈ, ਮੰਗ ਕੇ ਚੀਜ਼ ਲਿਆ ਨਹੀਂ ਆਉਂਦਾ। ਉਸ ਛੋਟੇ ਜਿਹੇ ਕਿੱਸੇ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਸੀ। ਮੈਂ 3-4 ਦਿਨ ਉਹ ਪੜ੍ਹਦਾ ਰਿਹਾ, ਪਰ ਹਰ ਸਮੇਂ ਮੇਰੇ ਅੰਦਰੋਂ ਇੱਕੋ ਆਵਾਜ਼ ਆਵੇ, ਤੂੰ ਚੋਰ ਹੈ ਤੇ ਚੋਰੀ ਵੀ ਗੁਰੂ ਦੇ ਘਰੋਂ ਕੀਤੀ ਹੈ। ਮੈਂ ਬਹੁਤ ਬੇਚੈਨ ਹੋ ਗਿਆ। ਉਸੇ ਤਰ੍ਹਾਂ ਚੋਰੀ ਮੈਂ ਉਹ ਕਿੱਸਾ ਫਿਰ ਗੁਰਦੁਆਰੇ ਰੱਖ ਆਇਆ। ਇਉਂ ਸਮਝੋ ਕਿ ਮੈਂ ਇੱਕੇ ਚੀਜ਼ ਵਾਸਤੇ 2 ਵਾਰ ਚੋਰ ਬਣਿਆ। ਚੰਗਾ ਰਸਤਾ ਸੀ ਕਿ ਗ੍ਰੰਥੀ ਸਾਹਿਬ ਤੋਂ ਮਾਫੀ ਮੰਗਦਾ ਤੇ ਹੱਥੀਂ ਉਹ ਕਿੱਸਾ ਵਾਪਸ ਕਰਕੇ ਆਉਂਦਾ, ਪਰ ਮੈਂ ਐਸਾ ਨਾ ਕਰ ਸਕਿਆ। ਮੇਰੀ ਰਾਏ ਹੈ ਕਿ ਗਲਤੀ ਕਰਕੇ ਉਸ ਨੂੰ ਪ੍ਰਵਾਨ ਕਰ ਲੈਣਾ ਬਹੁਤ ਵੱਡੀ ਬਹਾਦਰੀ ਹੈ, ਪਰ ਮਨੁੱਖ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਇਹ ਆਪਣੀ ਗਲਤੀ ਨੂੰ ਕਦੇ ਪ੍ਰਵਾਨ ਨਹੀਂ ਕਰਦਾ। ਹੱਥ ਰੇਖਾਵਾਂ ਮਿਟ ਜਾਂਦੀਆਂ ਹਨ। ਮੈਂ ਉਦੋਂ 3-4 ਸਾਲ ਦਾ ਹੋਵਾਂਗਾ। ਕਸੂਰੋਂ ਇੱਕ ਪਾਂਧਾ ਪੰਡਤ ਆਇਆ ਕਰਦਾ ਸੀ। ਸੰਗਰਾਂਦ, ਮੱਸਿਆ, ਪੂਰਨਮਾਸ਼ੀ ਉਹਨੇ ਇੱਕੋ ਸਾਹੇ ਬੋਲ ਜਾਣਾ, ਤੇ ਜੇ ਘਰ ਵਿੱਚ ਕੋਈ ਛੋਟਾ ਬਾਲਕ ਹੋਵੇ
ਤਾਂ ਉਹਨੇ ਮੱਲੋ ਮੱਲੀ ਹੱਥ ਵੇਖਣ ਲੱਗ ਪੈਣਾ। ਮੈਨੂੰ ਵੀ ਹੱਥ ਵਿਖਾਉਣ ਦਾ ਚਸਕਾ ਪੈ ਗਿਆ। ਪਾਂਦੇ ਨੇ ਵਿਹੜੇ ਅੰਦਰ ਪੈਰ ਧਰਿਆ ਨਹੀਂ ਤੇ ਮੈਂ ਉੱਥੋਂ ਹੀ ਸੱਜਾ ਹੱਥ ਅਗਾਂਹ ਵਧਾਈ ਭੱਜੇ ਆਉਣਾ। ਮੇਰਾ ਹੱਥ ਫੜ ਕੇ ਉਹਨੇ ਮੇਰੇ ਮਾਤਾ ਜੀ ਨੂੰ ਕਹਿਣਾ, ਮਾਤਾ ਜੀ ਤੁਹਾਡਾ ਪੁੱਤਰ ਬੜਾ ਭਾਗਾਂ ਵਾਲਾ ਹੈ, ਇਹ ਬੜਾ ਨਾਮ ਪੈਦਾ ਕਰੇਗਾ, ਤੁਹਾਡੀ ਬੜੀ ਸੇਵਾ ਕਰੇਗਾ। ਇਉਂ ਸਮਝੋ ਤੁਹਾਡੇ ਘਰ ਇਹ ਸਰਵਣ ਪੁੱਤਰ ਜਨਮਿਆ ਹੈ। ਮੈਨੂੰ ਪਿੱਛੋਂ ਸਮਝ ਪਈ ਕਿ ਇੰਨੇ ਵਾਰ ਉਹ ਹਰ ਬੱਚੇ ਦੀ ਮਾਂ ਨੂੰ ਦੇ ਦਿਆ ਕਰਦਾ ਸੀ, ਆਖਰ ਹੰਦਾ ਕਿਵੇਂ ਮਿਲੇ। ਫਿਰ ਉਹਨੇ ਮੇਰਾ ਹੱਥ ਉਲਟਾ ਕੇ ਚੀਚੀ ਦੇ ਮਗਰਲੇ ਪਾਸੇ ਗਿੱਬੀ ਉੱਤੇ ਲਕੀਰਾਂ ਵੇਖਣੀਆਂ। ਸੱਚਮੁੱਚ ਉਸ ਵੇਲੇ ਮੇਰੇ ਦੋਹਾਂ ਹੱਥਾਂ ਉੱਤੇ 3-3 ਲਕੀਰਾਂ ਸਨ। ਪਾਂਦੇ ਨੇ ਕਹਿਣਾ, ਮਾਤਾ ਜੀ ਤੁਹਾਡੇ ਪੁੱਤਰ ਦੇ 3 ਸੰਜੋਗ ਹਨ, ਬੜਾ ਵਧੇ ਫੁੱਲੇਗਾ। 3 ਲਕੀਰਾਂ, 3 ਸੰਜੋਗ, 3 ਵਹੁਟੀਆਂ। ਮਾਂ ਸੁਣ ਕੇ ਬੜਾ ਹੈਰਾਨ ਹੋਣਾ। ਉਸ ਸਮੇਂ ਤੱਕ ਸਾਰੇ ਪਿੰਡ ਵਿੱਚ 2 ਪਤਨੀਆਂ ਕਿਸੇ ਸੱਜਣ ਦੇ ਘਰ ਵੀ ਨਹੀਂ ਸਨ। ਖੈਰ ਸਮਾਂ ਆਇਆ ਜਿੱਥੇ ਸੰਜੋਗ ਸੀ, ਸ਼੍ਰੀਮਤੀ ਆ ਗਈ, ਉਹਨੇ ਸਾਰੀਆਂ ਲਕੀਰਾਂ ਮਿਟਾ ਦਿੱਤੀਆਂ। ਇਸ ਵੇਲੇ ਦੋਹਾਂ ਹੱਥਾਂ ਉੱਤੇ ਇੱਕ ਲਕੀਰ ਹੀ ਰਹਿ ਗਈ ਹੈ। ਆ ਗਈ ਰੱਬ ਦੇ ਨਾਂ ਵਾਲੀ, ਜਿਸ ਦੇ ਆਉਣ ਪਿੱਛੋਂ ਬਹਿਸ਼ਤ ਦੀ ਹੂਰ ਵਾਸਤੇ ਵੀ ਮਨ ਨਹੀਂ ਲਲਚਾਇਆ। ਗਲਤੀ ਨਹੀਂ, ਅਪਰਾਧ। ਉਮਰ ਅਜੇ 5 ਸਾਲ ਤੋਂ ਘੱਟ ਹੀ ਸੀ। ਸੰਗਰਾਂਦ ਦਾ ਦਿਨ ਸੀ। ਸਾਰਾ ਪਿੰਡ ਗੁਰਦੁਆਰੇ ਬੈਠਾ ਸੀ। ਇੱਕ ਪਾਸੇ ਭਾਈ, ਇੱਕ ਪਾਸੇ ਮਾਈਆਂ। ਮੇਰੇ ਮਾਤਾ ਜੀ ਨੇ ਮੈਨੂੰ ਕੋਈ ਕੰਮ ਦੱਸਿਆ। ਮੈਂ ਹੋਰ ਬੇਸਮਝ ਹਾਣੀਆਂ ਵਾਂਗ ਕਹਿ ਦਿੱਤਾ, ਕਿਉਂ, ਮੈਂ ਤੇਰਾ ਨੌਕਰ ਲੱਗਾ ਹੋਇਆ। ਮੇਰੇ ਮਾਤਾ ਜੀ ਨੇ ਜਿਸ ਨਜ਼ਰ ਨਾਲ ਮੇਰੇ ਵੱਲ ਵੇਖਿਆ ਮੈਨੂੰ ਅਜੇ ਤੱਕ ਨਹੀਂ ਭੁੱਲਿਆ। ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਸੀ। ਮੈਂ ਸੋਚਦਾ ਉਸ ਵੇਲੇ ਉਹ ਮੈਨੂੰ 2 ਧੱਫੇ ਮਾਰ ਲੈਂਦੇ ਤਾਂ ਉਹ ਭੁੱਲ ਜਾਣੇ ਸੀ, ਪਰ ਉਹ ਤੱਕਣੀ ਅਜੇ ਤੱਕ ਨਹੀਂ ਭੁੱਲੀ। ਹਾਂ, ਉਸ ਤੋਂ ਪਿੱਛੋਂ ਮੈਂ ਉਹਨਾਂ ਨੂੰ ਕਦੇ ਅਜਿਹਾ ਮੌਕਾ ਨਹੀਂ ਦਿੱਤਾ। ਉਹ ਮੇਰੇ ਵੱਲੋਂ ਸੁਖੀ ਤੇ ਸ਼ਾਂਤ ਗਏ। ਮੈਂ ਵਹੁਟੀ ਨਹੀਂ। ਮਨ ਦੀ ਅਵਸਥਾ ਨੂੰ ਸਮਝਣਾ ਬੜਾ ਮੁਸ਼ਕਲ ਹੈ। ਅਸੀਂ ਲਾਡਲੀ ਧੀ ਨੂੰ ਤਾਂ ਬੇਟਾ ਕਹਿ ਕੇ ਬੁਲਾਵਾਂਗੇ ਤੇ ਪੁੱਤਰ ਨੂੰ ਬੱਚੜੀ, ਫਿਰ ਸਰਫੇ ਦੇ ਪੁੱਤਰ ਨੂੰ ਕੁੜੀਆਂ ਵਾਂਗ ਸਜਾਵਾਂਗੇ। ਮੇਰੇ ਪੈਰੀਂ ਵੀ ਬੋਰਾਂ ਵਾਲੀਆਂ ਪੰਜੇਬਾਂ ਹੁੰਦੀਆਂ ਸਨ, ਸਿਰ ਤੇ ਕੁੜੀਆਂ ਵਾਂਗ ਫੁੱਲ ਚੌਂਕ, ਪਰਾਂਦਾ ਤੇ ਪਿੱਛੇ ਲੰਮੀ ਸਾਰੀ ਗੁੱਤ ਹੋਣੀ। ਪਿੰਡ ਵਿੱਚ ਭਾਵੇਂ ਕੋਈ ਕਿਸੇ ਬਰਾਦਰੀ ਦਾ ਹੋਵੇ, ਚਾਚਾ, ਬਾਬਾ, ਭਾਊ ਦੇ ਰਿਸ਼ਤੇ ਬਣੇ ਹੀ ਹੁੰਦੇ ਹਨ। ਭੈਣਾਂ ਨੇ ਰੁਮਾਲ ਵਿੱਚ ਫੁੱਲ, ਚੌਂਕ ਤੇ ਪਰਾਂਦਾ ਬੰਨ੍ਹ ਦੇਣਾ ਤੇ ਕਹਿਣਾ, ਜਾਂ ਰਾਣੀ ਕੋਲੋਂ ਸਿਰ ਕਰਾ ਲਿਆ। ਪੁਰਾਤਨ ਸੱਭਿਅਤਾ ਨਾਈ ਜਾਂ ਨੈਣ ਨਹੀਂ ਕਹਿਣਾ, ਸਗੋਂ ਰਾਜਾ ਤੇ ਰਾਣੀ ਕਹਿਣਾ। ਮੈਂ ਰਾਣੀ ਨੂੰ ਭਾਬੀ ਕਿਹਾ ਕਰਦਾ ਸਾਂ, ਭਾਵੇਂ ਉਹ ਉਮਰ ਵਿੱਚ 30-35 ਸਾਲ ਵੱਡੀ ਸੀ। ਮੈਂ ਪੰਜੇਬਾਂ ਦੇ ਬੋਰ ਛਣਕਾਉਂਦੇ ਰਾਣੀ ਦੇ ਘਰ ਜਾ ਪਹੁੰਚਣਾ। ਇੱਕ ਦਿਨ ਉਹਨੇ ਫੁੱਲ, ਚੌਂਕ, ਪਰਾਂਦਾ ਪਾ ਕੇ ਮੇਰੇ ਸਾਹਮਣੇ ਸ਼ੀਸ਼ਾ ਕਰਕੇ ਕਹਿ ਦਿੱਤਾ, ਲੈ ਵਹੁਟੀਏ ਵੇਖ ਲੈ, ਸਿਰ ਤੇ ਕਿਆ ਸੋਹਣਾ ਡਾਕ ਬੰਗਲਾ ਪਾਇਆ ਏ। ਮੈਂ ਕੁਛ ਰੋਸ ਪ੍ਰਗਟ ਕਰਦਿਆਂ ਕਿਹਾ, ਭਾਬੀ ਮੈਂ ਕਿਤੇ ਵਹੁਟੀ ਆ? ਉਹਨੇ ਅੱਗੋਂ ਹੱਸਦਿਆਂ ਕਿਹਾ, ਹੋਰ ਫੁੱਲ ਚੌਂਕ ਕਿਹਦੇ ਸਿਰ ਤੇ ਪਾਈਦਾ ਏ? ਸੱਜ ਵਿਆਹੀ ਵਹੁਟੀ ਦੇ। ਉੱਥੇ ਤਾਂ ਮੈਂ ਚੁੱਪ ਕਰ ਰਿਹਾ, ਪਰ ਘਰ ਆ ਕੇ ਸਾਰਾ ਰੋਸ ਮਾਤਾ ਜੀ ਅੱਗੇ ਪ੍ਰਗਟ ਕੀਤਾ। ਮਾਂ, ਮੈਂ ਨਹੀਂ ਹੁਣ ਫੁੱਲ ਚੌਂਕ ਪਾਇਆ ਕਰਨਾ। ਭਾਬੀ ਨੇ ਮੈਨੂੰ ਵਹੁਟੀ ਆਖ ਦਿੱਤਾ ਸੀ। ਮੈਂ ਫੁੱਲ ਚੌਂਕ, ਪਰਾਂਦਾ ਸਭ ਕੁਝ ਲਾਹ ਕੇ ਮੰਜੇ ਤੇ ਸੁੱਟ ਦਿੱਤਾ। ਉਸ ਦਿਨ ਤੋਂ ਪਿੱਛੋਂ ਫੁੱਲ ਚੌਂਕ ਬੰਦ। ਮਾਤਾ ਜੀ ਨੇ ਜਾਂ ਵੱਡੀ ਭੈਣ ਨੇ ਸਿਰ ਵਾਹ ਕੇ ਜੂੜਾ ਕਰ ਦੇਣਾ, ਜੋ ਸਦਾ ਇੱਕ ਪਾਸੇ ਢਲਕਿਆ ਰਹਿਣਾ। ਅਭੁੱਲ ਯਾਦਾਂ, ਭਾਗ ਤੀਜਾ। ਸ਼੍ਰੋਮਣੀ ਢਾਡੀ, ਗਿਆਨੀ ਸੋਹਣ ਸਿੰਘ ਸੀਤਲ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।